प्यारे बच्चों, आप जी का इस चैनल ते स्वागत है। इस चैनल दे उत्ते नवीं वीडियोज़ प्राप्त करने लई इसनूं सबसक्राइब करो। साडा अज दा टॉपिक है किरपाल कजाक जी का लिखिया होया पाठ लोक कित्ते अते लोक कलावां। इस विच लेखक ने इस लेख दे माध्यम दे नाल पंजाब दे प्रमुख लोक कित्ते ਅਤੇ ਲੋਕ ਕਲਾਵਾਂ ਦੀ ਭਰਪੂਰ ਵਿਆਖਿਆ ਕੀਤੀ ਹੈ। ਉਸਨੇ ਲੋਕ ਕਿੱਤਿਆਂ ਤੇ ਲੋਕ ਕਲਾਵਾਂ ਅਧੀਨ ਆਉਂਦੇ ਕਿੱਤੇ ਕਾਰੀਗਰੀ, ਸ਼ਿਲਪਕਾਰੀ, ਬਾਜ਼ੀਗਰਾਂ ਦੇ ਹੁਨਰ, ਕੰਧਾਂ ਉੱਪਰ ਉਕਰੇ ਵੇਲ ਵੋਟਿਆਂ ਅਤੇ ਲੋਕ ਕਲਾਵਾਂ ਜਿਵੇਂ ਗਹਿਣੇ, ਮੋਹਰਾਂ ਤੇ ਉਕਰੇ ਹੋਏ ਚਿੱਤਰ, ਮਿੱਟੀ ਦੇ ਭਾਂਡਿਆਂ ਆਦਿ ਦਾ ਬਿਆਨ ਬਖੂਬੀ ਕੀਤਾ ਹੈ। ਇਸ ਪਾਠ ਦੇ ਵਿੱਚ ਬੱਚਿਓ ਉਹ ਕੀ ਸਾਨੂੰ ਦੱਸ ਰਹੇ ਹਨ ਕਿ ਲੋਕ ਕਿੱਤੇ ਤੇ ਲੋਕ ਕਲਾਵਾਂ ਕੀ ਹਨ। ਲੋਕ ਕਿੱਤੇ ਪੁਰਾਤਨ ਕਾਲ ਤੋਂ ਹੀ ਮਨੁੱਖੀ ਜੀਵਨ ਜਾਚ ਦਾ ਅੰਗ ਰਹੇ ਹਨ। ਇਹਨਾਂ ਦੇ ਵਿਕਾਸ ਕਾਰਨ ਹੀ ਸਮਾਜ ਦਾ ਵਿਕਾਸ ਸੰਭਵ ਹੋਇਆ ਹੈ। ਲੇਕਿਨ ਇਹ ਹੋਂਦ ਵਿੱਚ ਕਦੋਂ ਆਉਂਦੇ ਹਨ? ਮਨੁੱਖ ਦੇ ਸਾਹਮਣੇ ਸਭ ਤੋਂ ਪਹਿਲਾਂ ਲੋੜ ਪੈਂਦੀ ਹੈ ਔਰ ਉਸ ਲੋੜ ਦੀ ਪੂਰਤੀ ਕਾਰਨ ਹੀ ਆਰੰਭ ਦੇ ਵਿੱਚ ਮਨੁੱਖ ਨੇ ਸਾਂਝੇ ਰੂਪ ਵਿੱਚ ਯਤਨ ਕੀਤੇ। ਮਨੁੱਖੀ ਸਮਾਜ ਨੇ ਵਿਕਾਸ ਨਾਲ ਲੋੜਾਂ ਦੀ ਪੂਰਤੀ ਲਈ ਅਪਣਾਏ ਜਾਂਦੇ ਢੰਗ ਤਰੀਕੇ ਵੀ ਬਦਲਦੇ ਗਏ। ਸਮੇਂ ਨਾਲ ਧਾਤਾਂ ਦੇ ਲੱਭਤ ਹੋਈ ਤੇ ਔਜ਼ਾਰ ਬਣੇ। ਮਨੁੱਖ ਜੰਗਲਾਂ ਤੋਂ ਝੌਂਪੜੀਆਂ ਨੂੰ ਛੱਡ ਕੇ ਪੱਕੇ ਘਰਾਂ, ਪਿੰਡਾਂ ਤੇ ਨਗਰਾਂ ਦਾ ਨਿਰਮਾਣ ਕਰਨ ਲੱਗਾ। ਨਾਲ ਨਾਲ ਕੰਮਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਗਿਆ। ਫਿਰ ਇਹਨਾਂ ਕੰਮਾਂ ਦੀ ਗਿਣਤੀ 'ਚ ਵਾਧਾ ਹੋਣ ਕਰਕੇ ਇਹਨਾਂ ਦੇ ਵੰਡ ਦੀ ਲੋੜ ਪਈ। ਇਸ ਤਰ੍ਹਾਂ ਵੱਖ-ਵੱਖ ਕੰਮਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਾਲੀਆਂ ਕਾਮਾਂ ਸ਼੍ਰੇਣੀਆਂ ਹੋਂਦ ਵਿੱਚ ਆ ਗਈਆਂ। ਜਦੋਂ ਕਿਸੇ ਕਾਮਾਂ ਸ਼੍ਰੇਣੀ ਨੇ ਇੱਕ ਕੰਮ ਨੂੰ ਲੰਬੇ ਸਮੇਂ ਤੱਕ ਲਗਾਤਾਰ ਕੀਤਾ ਤਾਂ ਉਸ ਨੂੰ ਕਿੱਤੇ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਇਸ ਤਰ੍ਹਾਂ ਪੰਜਾਬ ਦੇ ਲੋਕ ਕਿੱਤਿਆਂ ਦੇ ਭਿੰਨ-ਭਿੰਨ ਨਾਂ ਪ੍ਰਚਲਿਤ ਹੋਏ। ਫਲਸਰੂਪ ਲੱਕੜੀ ਤਰਾਸ਼ਣ ਵਾਲੇ ਨੂੰ ਤਰਖਾਣ ਤੇ ਲੋਹੇ ਦਾ ਕੰਮ ਕਰਨ ਵਾਲੇ ਨੂੰ ਲੁਹਾਰ ਕਿਹਾ ਜਾਣ ਲੱਗਾ। ਸੰਸਕ੍ਰਿਤ ਵਿੱਚ ਹੱਥ ਨੂੰ ਕਰ ਕਿਹਾ ਜਾਂਦਾ ਹੈ। ਹੱਥ ਨਾਲ ਕੀਤੇ ਕੰਮ ਨੂੰ ਕਾਰ ਕਰਨੀ ਕਿਹਾ ਜਾਂਦਾ ਹੈ। ਕਿੱਤਾ ਉਸਨੂੰ ਕਿਹਾ ਜਾਂਦਾ ਹੈ ਜਿਸ ਕੰਮ ਤੋਂ ਕਿਸੇ ਕਿਰਤ ਦਾ ਨਿਰਮਾਣ ਹੁੰਦਾ ਹੈ, ਜਿਵੇਂ ਤਰਖਾਣ, ਲੋਹਾਰ ਤੇ ਸੁਨਿਆਰ ਦੁਆਰਾ ਬਣਾਈਆਂ ਵਸਤੂਆਂ। ਇਸੇ ਪ੍ਰਕਾਰ ਬਾਜੀਗਰਾਂ ਤੇ ਮਰਾਸੀ ਮਨੋਰੰਜਨ ਦਾ ਕਿੱਤਾ ਅਪਣਾਉਣ ਲੱਗ ਪਏ। ਇਹ ਅਸਥੂਲ ਕਿਰਤ ਦਾ ਨਿਰਮਾਣ ਕਰਦੇ ਸਨ। ਇਹ ਲੋਕ ਵੀ ਆਪਣੇ ਹੁਨਰ ਨਾਲ ਇੱਕ ਤਰ੍ਹਾਂ ਕਿਰਤ ਦਾ ਨਿਰਮਾਣ ਹੀ ਕਰਦੇ ਸਨ। ਇਹਨਾਂ ਕੋਲ ਔਜ਼ਾਰਾਂ ਦੀ ਥਾਂ ਸਰੀਰ ਦੀ ਭਾਸ਼ਾ ਤੇ ਮੁਹਾਵਰਿਆਂ ਦੀ ਕਲਾ ਹੁੰਦੀ ਸੀ। ਲੋਕ ਕਿੱਤਾ ਪਿਤਾ ਪੁਰਖੀ ਕੰਮ ਨੂੰ ਆਖਿਆ ਜਾਂਦਾ ਹੈ, ਜਿਸ ਨੂੰ ਨਵੀਂ ਪੀੜ੍ਹੀ ਆਪਣੇ ਵਡੇਰਿਆਂ ਤੋਂ ਸਿੱਖਦੀ ਹੈ। ਇਸੇ ਕਰਕੇ ਲੋਕ ਕਿੱਤਿਆਂ ਵਿੱਚ ਉਸਤਾਦੀ ਸ਼ਾਗਿਰਦੀ ਦੀ ਪਰੰਪਰਾ ਹੁੰਦੀ ਹੈ। ਕੋਈ ਸਿਖਾਂਦਰੂ ਕਿਸੇ ਉਸਤਾਦ ਦੀ ਸ਼ਾਗਿਰਦੀ ਕਰਕੇ ਵੀ ਕਿੱਤਾ ਸਿੱਖ ਸਕਦਾ ਹੈ। ਲੋਕ ਕਿੱਤੇ ਵਿੱਚ ਉਸ ਨੂੰ ਉਸਤਾਦ ਮੰਨਿਆ ਜਾਂਦਾ ਹੈ ਜੋ ਆਪਣੇ ਕੰਮ ਵਿੱਚ ਨਿਪੁੰਨ ਹੋਵੇ, ਕਾਰੀਗਰ ਹੋਵੇ। ਜੇਕਰ ਕੋਈ ਕਾਰੀਗਰ ਆਪਣੀ ਕਾਰੀਗਰੀ ਵਿੱਚ ਕਾਫੀ ਮੁਹਾਰਤ ਹਾਸਲ ਕਰ ਲਵੇ ਤਾਂ ਉਸ ਦੇ ਕਿੱਤੇ ਕੰਮ ਵਿੱਚ ਸੁਹਜ ਪੈਦਾ ਹੋ ਜਾਵੇ ਤਾਂ ਅਜਿਹੀ ਕਾਰੀਗਰੀ ਸ਼ਿਲਪਕਾਰੀ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਜਿਵੇਂ ਹਵੇਲੀਆਂ ਦੇ ਦਰਵਾਜ਼ਿਆਂ ਦੀ ਲੱਕੜ ਉੱਪਰ ਕੀਤੀ ਨਕਾਸ਼ੀ ਦੇ ਕੰਧਾਂ ਉੱਪਰ ਕੀਤੇ ਬੇਲ ਬੂਟੇ ਆਦਿ। ਲੋਕ ਕਿੱਤੇ ਅਤੇ ਲੋਕ ਧੰਦਾ ਦੋਨਾਂ ਵਿੱਚ ਕੀ ਅੰਤਰ ਹੈ? ਥੋੜ੍ਹਾ ਜਿਹਾ ਹੀ ਫਰਕ ਹੈ ਬੱਚਿਓ। ਧੰਦਾ ਉਸ ਕੰਮ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਧਨ ਪ੍ਰਾਪਤ ਹੋਵੇ। ਧੰਦੇ ਵਿੱਚ ਕਿਸੇ ਕਿਰਤ ਦਾ ਨਿਰਮਾਣ ਜ਼ਰੂਰੀ ਨਹੀਂ, ਜਿਵੇਂ ਵਪਾਰ, ਸਾਹੂਕਾਰੀ ਤੇ ਦਲਾਲੀ ਆਦਿ। ਧੰਦੇ ਨੂੰ ਕਿੱਤੇ ਦੇ ਮੁਕਾਬਲੇ ਬਹੁਤ ਘੱਟ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ। ਇਸ ਕਰਕੇ ਅਣਚਾਹੇ ਕੰਮ ਨੂੰ ਧੰਦ ਪਿੱਟਣਾ ਤੇ ਔਖੇ ਕੰਮ ਨੂੰ ਗੋਰਖ ਧੰਦਾ ਵੀ ਕਿਹਾ ਜਾਂਦਾ ਸੀ। ਲੋਕ ਕਿੱਤੇ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਹਨ? ਉਹ ਇਹ ਹੈ ਕਿ ਸੱਭਿਆਚਾਰ ਦੇ ਰਹਿਤਲ ਦੀਆਂ ਲੋੜਾਂ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ, ਜਿਵੇਂ ਖੇਤੀ ਅਤੇ ਘਰੇਲੂ ਲੋੜਾਂ ਲਈ ਤਰਖਾਣ ਅਤੇ ਲੋਹਾਰ ਦਾ ਕੰਮ। ਲੋਹਾਰ ਤੇ ਤਰਖਾਣ ਦੇ ਕਿੱਤੇ ਲਈ ਗੱਡਾ, ਸੁਹਾਗਾ,
ਹਲ ਪੰਜਾਲੀ, ਦਾਤਰੀ, ਕਹੀ ਆਦਿ ਤੇ ਘਰੇਲੂ ਲੋੜਾਂ ਲਈ ਮੰਜਾ, ਪੀੜੀ, ਮਧਾਣੀ, ਸੰਦੂਕ, ਪੰਗੂੜਾ ਆਦਿ ਬਣਾਉਂਦੇ ਹਨ। ਸੁਨਿਆਰਾ ਸ਼ਿੰਗਾਰ ਲਈ ਅਨੇਕ ਪ੍ਰਕਾਰ ਦੇ ਗਹਿਣੇ ਤੇ ਕੁਮਹਾਰ ਘਰ ਵਿੱਚ ਵਰਤੇ ਜਾਣ ਵਾਲੇ ਭਾਂਡੇ ਤਿਆਰ ਕਰਦਾ ਹੈ। ਤੇਲੀ ਬੀਜਾਂ ਵਿੱਚੋਂ ਤੇਲ ਕੱਢਣ ਦਾ ਕੰਮ ਕਰਦਾ ਹੈ। ਲੋਕ ਕਿੱਤੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਹਰ ਇੱਕ ਲਈ ਉਪਯੋਗੀ ਹੁੰਦਾ ਹੈ। ਜਿਵੇਂ ਜੁੱਤੀ ਅਤੇ ਕੱਪੜੇ ਦੀ ਲੋੜ ਹਰ ਇੱਕ ਨੂੰ ਹੈ। ਪਰ ਪਿਛਲੀ 1 ਸਦੀ ਵਿੱਚ ਸਮਾਜ ਦੇ ਵਿਕਾਸ ਤੇ ਆਬਾਦੀ ਦੇ ਵਧਣ ਨਾਲ ਮਨੁੱਖੀ ਲੋੜਾਂ ਬੇਸ਼ੁਮਾਰ ਵੱਧ ਗਈਆਂ। ਹੱਥਾਂ ਨਾਲ ਕੀਤੇ ਕੰਮ ਇਹਨਾਂ ਵਧੀਆਂ ਲੋੜਾਂ ਨੂੰ ਪੂਰੀਆਂ ਨਹੀਂ ਕਰ ਸਕਦੇ ਸਨ। ਇਸ ਲਈ ਮਨੁੱਖ ਨੇ ਵਿਗਿਆਨ ਦੀਆਂ ਨਵੀਆਂ ਕਾਢਾਂ ਨੂੰ ਜਨਮ ਦਿੱਤਾ। ਵਧੀਆਂ ਹੋਈਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਹੱਥਾਂ ਦਾ ਕੰਮ ਮਸ਼ੀਨਾਂ ਨੇ ਲੈ ਲਿਆ। ਅੱਜ ਪੰਜਾਬ ਵਿੱਚ ਲਗਭਗ ਹਰ ਕਿੱਤੇ ਵਿੱਚ ਮਸ਼ੀਨਾਂ ਦੀ ਵਰਤੋਂ ਹੁੰਦੀ ਹੈ। ਇਸ ਦੇ ਸਿੱਟੇ ਵਜੋਂ ਵਸਤੂਆਂ ਦੇ ਨਿਰਮਾਣ ਵਿੱਚ ਬੇਸ਼ੱਕ ਵਾਧਾ ਹੋ ਗਿਆ, ਪਰੰਤੂ ਕਾਰੀਗਰਾਂ ਦੀ ਨਿੱਜੀ ਪਛਾਣ ਗੁਆਚ ਗਈ। ਇਹਨਾਂ ਦੀ ਥਾਂ ਕੰਪਨੀਆਂ ਨੇ ਲੈ ਲਈ। ਸਮਾਜ ਵਿੱਚ ਅੱਗੇ ਵੱਧ ਕੇ ਕਦਮ ਪੁੱਟਣਾ ਲਾਜ਼ਮੀ ਹੁੰਦਾ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਲੋਕ ਕਿੱਤੇ ਨਿਰੰਤਰ ਵਿਕਾਸ ਦੀ ਰਾਹ ਉੱਤੇ ਤੁਰ ਪਏ। ਅੱਗੇ ਹੈ ਲੋਕ ਕਲਾਵਾਂ। ਲੋਕ ਕਲਾਵਾਂ ਦਾ ਜਨਮ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਸੁਹਜ, ਸਾਦਗੀ ਤੇ ਕਲਾਤਮਕ ਗੁਣਾਂ ਵਿੱਚੋਂ ਹੋਇਆ। ਲੋਕ ਕਲਾ ਪ੍ਰਾਚੀਨ ਸਮੇਂ ਤੋਂ ਹੀ ਮਨੁੱਖ ਦੀ ਮਾਨਸਿਕ ਤ੍ਰਿਪਤੀ ਦਾ ਸਾਧਨ ਰਹੀ ਹੈ। ਪ੍ਰਾਚੀਨ ਸਿੰਧੂ ਘਾਟੀ ਦੀ ਖੁਦਾਈ ਵਿੱਚੋਂ ਮਿਲੀਆਂ ਮੂਰਤੀਆਂ, ਗਹਿਣੇ, ਠੀਕਰੀਆਂ, ਮੋਹਰਾਂ ਅਤੇ ਉਹਨਾਂ ਦੇ ਉੱਪਰ ਉਭਰੇ ਹੋਏ ਚਿੱਤਰ, ਮਿੱਟੀ ਦੇ ਭਾਂਡਿਆਂ ਦੇ ਉੱਪਰ ਕੀਤੀ ਗਈ ਚਿੱਤਰਕਾਰੀ ਦੇ ਨਮੂਨੇ, ਇਹ ਸਭ ਸਾਡੀ ਪੁਰਾਣੀ ਲੋਕ ਕਲਾ ਦੀ ਗਵਾਹੀ ਦਿੰਦੀਆਂ ਹਨ। ਜਿਹੜੇ ਕਲਾ ਕਿਸੇ ਸਮਾਨ ਪਰੰਪਰਾ ਵਾਲੇ ਸੱਭਿਆਚਾਰ ਦੇ ਮਨੁੱਖੀ ਸਮੂਹਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀ ਹੋਵੇ ਤੇ ਵਿਰਸੇ ਵਿੱਚੋਂ ਪ੍ਰਾਪਤ ਹੁੰਦੀ ਹੋਵੇ, ਉਸ ਨੂੰ ਲੋਕ ਕਲਾ ਕਿਹਾ ਜਾਂਦਾ ਹੈ। ਸਰਲਤਾ ਤੇ ਸਾਦਗੀ ਇਸ ਦਾ ਵਿਸ਼ੇਸ਼ ਗੁਣ ਹੁੰਦਾ ਹੈ। ਇਹ ਪਰਿਵਰਤਨਸ਼ੀਲ ਵੀ ਹੁੰਦੀ ਹੈ, ਪਰੰਤੂ ਇਹ ਹਮੇਸ਼ਾ ਸੰਵੇਦਨਸ਼ੀਲ, ਸਾਦੀ ਤੇ ਮਾਨਵੀ ਗੁਣਾਂ ਵਾਲੀ ਹੀ ਰਹੀ ਹੈ। ਲੋਕ ਕਲਾ ਤੇ ਲੋਕ ਸ਼ਾਸਤਰੀ ਕਲਾ ਵਿੱਚ ਕੁਝ ਅੰਤਰ ਹੈ। ਜਿਉਂ-ਜਿਉਂ ਲੋਕ ਕਲਾ ਵਿੱਚ ਨਿਖਾਰ ਆਉਂਦਾ ਗਿਆ, ਤਿਉਂ-ਤਿਉਂ ਇਸ ਦੇ ਨਿਯਮ ਬਣਦੇ ਗਏ। ਜਿਸ ਕਲਾ ਦਾ ਲਿਖਤੀ ਸ਼ਾਸਤਰ ਬਣ ਗਿਆ ਤੇ ਜਿਸ ਸ਼ਾਸਤਰ ਨੂੰ ਲਿਖਿਆ ਗਿਆ, ਉਹ ਸ਼ਾਸਤਰੀ ਕਲਾ ਅਖਵਾਉਣ ਲੱਗ ਪਈ। ਸ਼ਾਸਤਰੀ ਕਲਾ ਵਿੱਚ ਬੱਝਵੇਂ ਨਿਯਮ ਸੀ, ਉੱਥੇ ਲੋਕ ਕਲਾ ਦੇ ਨਿਯਮ ਜਿਹੜੇ ਸੀ ਉਹ ਲਚਕੀਲੇ ਸੀ। ਉਂਝ ਇਹਨਾਂ ਦੋਹਾਂ ਦੇ ਸੁਹਜ ਦੀ ਤਾਂਘ ਤੇ ਮਨੋਰੰਜਨ ਜਿਹੇ ਗੁਣ ਸਾਂਝੇ ਹੀ ਸਨ। ਪੰਜਾਬ ਦੀਆਂ ਲੋਕ ਕਲਾਵਾਂ ਦੀ ਸਿਰਜਣਾ ਜਿਹੜੀ ਹੈ ਉਹ ਜ਼ਿਆਦਾਤਰ ਅਸੀਂ ਦੇਖਦੇ ਹਾਂ ਤਾਂ ਇਹਨਾਂ ਦੀਆਂ ਸਿਰਜਕ ਇਸਤਰੀਆਂ ਹੀ ਰਹੀਆਂ ਹਨ। ਸ਼ਾਇਦ ਇਸਤਰੀ ਮਨ ਦੇ ਕੋਮਲ ਹੋਣ ਕਰਕੇ ਪੰਜਾਬ ਦੀਆਂ ਲੋਕ ਕਲਾ ਮੰਗਲ ਕਾਮਨਾ ਵਾਲੀਆਂ ਹਨ। ਲੋਕ ਕਲਾ ਪ੍ਰੇਮ ਭਾਵਨਾ ਵਾਲੀ ਤੇ ਆਡੰਬਰ ਮੁਕਤ ਹੁੰਦੀ ਹੈ। ਇਸ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਲੋੜੀਂਦੀ ਸਮੱਗਰੀ ਆਪਣੇ ਆਲੇ ਦੁਆਲੇ ਵਿੱਚੋਂ ਹੀ ਲੈ ਲੈਂਦੇ ਹਨ ਤੇ ਉਸ ਦੇ ਨਾਲ ਹੀ ਅੱਗੇ ਕੋਈ ਨਾ ਕੋਈ ਚੀਜ਼ ਦਾ ਨਿਰਮਾਣ ਕਰਦੇ ਹਨ। ਜਿਵੇਂ ਬਾਗ ਫੁਲਕਾਰੀ ਦੀ ਕਢਾਈ, ਭਾਂਡੇ ਰੱਖਣ ਵਾਲੀਆਂ ਪਰਛੱਤੀਆਂ, ਹਾਰੇ, ਭੜੋਲੀਆਂ, ਭੜੋਲੇ, ਚੁੱਲ੍ਹੇ ਚੌਂਕੇ ਤੇ ਓਟੇ ਜਾਂ ਕੰਧਾਂ ਉੱਤੇ ਮਿੱਟੀ, ਪਾਂਡੋ ਮਿੱਟੀ, ਨੀਲ, ਚੂਨਾ, ਹਿਰਮਚੀ, ਹਲਦੀ, ਕਾਲਖ, ਕੇਸੂ ਤੇ ਖੜੀਆਂ ਜਾਂ ਪੀਲੀ ਮਿੱਟੀ ਦੇ ਘੋਲ ਤੇ ਬਣੇ ਸਾਂਝੀ ਤੇ ਅਹੋਈ ਦੇਵੀ ਦੀਆਂ ਮੂਰਤੀਆਂ ਦੇ ਨਮੂਨੇ। ਪੰਜਾਬ ਦੀ ਕਲਾ ਕਈ ਤਰ੍ਹਾਂ ਦੀ ਰਹੀ ਹੈ। ਕੁਝ ਨਮੂਨੇ ਸਤ੍ਹਾ ਉੱਤੇ ਉਭਾਰ ਵਾਲੇ ਹਨ, ਕੁਝ ਚਿੱਤਰ ਵੰਗਰ ਬੇਡੋਲ ਜਾਪਦੇ ਹਨ, ਪਰ ਪੀੜ੍ਹੀ ਦਰ ਪੀੜ੍ਹੀ ਤੁਰਕੀ ਲੋਕ ਕਲਾ ਦੇ ਨਮੂਨੇ ਹਨ ਜੋ ਅਬੋਧ ਮਨ ਦੀ ਸਿਰਜਣਾ ਹਨ। ਪੰਜਾਬ ਦੀ ਲੋਕ ਕਲਾ ਵਿੱਚ ਬਾਗ ਫੁਲਕਾਰੀਆਂ ਦਾ ਵਿਸ਼ੇਸ਼ ਸਥਾਨ ਹੈ। ਬਹੁਤ ਸਾਰੀਆਂ ਇਸਤਰੀਆਂ ਇਹ ਕਢਾਈ ਕਰਕੇ ਬਹੁਤ ਸਾਰਾ ਪੈਸਾ ਕਮਾਉਂਦੀਆਂ ਹਨ। ਕਢਾਈ ਦੀ ਇਸ ਕਲਾ ਦੇ ਬਹੁਤ ਸਾਰੇ ਨਮੂਨੇ ਸਾਨੂੰ ਮਿਲਦੇ ਹਨ। ਇਸਤਰੀਆਂ ਬੜੀ ਰੀਝ ਨਾਲ ਕਢਾਈ ਕਰਦੀਆਂ ਹਨ। ਇਹਨਾਂ ਵਿੱਚ ਬਾਗ ਫੁਲਕਾਰੀ, ਚੋਪ, ਸੁੱਬਰ, ਛਮਾਸ ਤੇ ਨੀਲਕ ਇਹ ਕਢਾਈ ਦੇ ਕਈ ਤਰ੍ਹਾਂ ਦੇ ਨਮੂਨੇ ਹਨ। ਬਾਗ ਦੀ ਕਢਾਈ ਲੋਕ ਕਲਾ ਦੀ ਇੱਕ ਵਿਸ਼ੇਸ਼ ਕਿਸਮ ਹੈ। ਰੰਗੇ ਹੋਏ ਖੱਦਰ ਤੇ ਕੱਪੜੇ ਉੱਤੇ ਭਿੰਨ-ਭਿੰਨ ਤਰ੍ਹਾਂ ਦੇ ਨਮੂਨਿਆਂ ਦੀ ਇਸ ਤਰ੍ਹਾਂ ਵਿਉਂਤ ਰੰਗ ਬਿਰੰਗੇ ਧਾਗਿਆਂ ਨਾਲ ਕੀਤੀ ਜਾਂਦੀ ਹੈ
ਕਿ ਉਹ ਕਢਾਈ ਜਿਹੜੀ ਹੈ ਉਹ ਬਹੁਤ ਵਧੀਆ ਲੱਗਦੀ ਹੈ ਅਤੇ ਕੋਈ ਵੀ ਜਗ੍ਹਾ ਉਸ ਵਿੱਚ ਖਾਲੀ ਨਹੀਂ ਹੁੰਦੀ। ਕਢਾਈ ਲਈ ਗੂੜ੍ਹੇ ਰੰਗਾਂ ਦਾ ਚੁਣਾਵ ਕੀਤਾ ਜਾਂਦਾ ਹੈ। ਰੇਸ਼ਮੀ ਧਾਗਾ ਵਰਤਿਆ ਜਾਂਦਾ ਹੈ। ਫੁਲਕਾਰੀ ਦੀ ਕਢਾਈ ਰੰਗੇ ਹੋਏ ਖੱਦਰ ਦੇ ਕੱਪੜੇ ਦੀ ਸਤਹ ਉੱਤੇ ਬੂਟੀਆਂ ਦੇ ਨਮੂਨੇ ਵਜੋਂ ਕੱਪੜੇ ਦੇ ਪੁੱਠੇ ਪਾਸਿਓਂ ਕੀਤੀ ਜਾਂਦੀ ਹੈ। ਫੁਲਕਾਰੀ ਦਾ ਹੁਨਰ ਲੋਕ ਕਲਾ ਦਾ ਸਿਖਰ ਮੰਨਿਆ ਜਾਂਦਾ ਹੈ। ਇਸ ਦੇ ਕਈ ਰੂਪ ਪ੍ਰਚਲਿਤ ਹਨ, ਜਿਸ ਨਾਲ ਚੋਪ, ਤਿਲ ਪੱਤਰਾ ਅਤੇ ਨੀਲਕ ਪ੍ਰਸਿੱਧ ਹਨ। ਚੋਪ ਅਤੇ ਸੁੱਭਰ ਵਿਆਹ ਦੀਆਂ ਫੁਲਕਾਰੀਆਂ ਹਨ। ਇਹ ਨਾਨਕੇ ਲੜਕੀ ਲਈ ਨਾਨਕੀ ਛੱਕ ਵਿੱਚ ਲੈ ਕੇ ਆਉਂਦੇ ਹਨ। ਸੁੱਭਰ ਵਿਆਹ ਦੇ ਫੇਰਿਆਂ ਸਮੇਂ ਲਾੜੀ ਦੇ ਸਿਰ ਦੇ ਉੱਤੇ ਦਿੱਤਾ ਜਾਂਦਾ ਹੈ। ਤਿਲ ਪੱਤਰਾ ਸਧਾਰਨ ਕਿਸਮ ਦੀ ਫੁਲਕਾਰੀ ਹੈ। ਨੀਲਕ ਦੀ ਕਢਾਈ ਨੀਲੇ ਰੰਗ ਦੇ ਖੱਦਰ ਉੱਤੇ ਪੀਲੇ ਜਾਂ ਲਾਲ ਰੰਗ ਦੇ ਧਾਗੇ ਨਾਲ ਕੀਤੀ ਜਾਂਦੀ ਹੈ। ਫੁਲਕਾਰੀ ਦੀ ਕਢਾਈ ਵਿੱਚ ਘੁੰਗਟ ਬਾਗ ਦਾ ਵਿਸ਼ੇਸ਼ ਸਥਾਨ ਹੈ। ਇਸ ਦੀ ਕਢਾਈ ਤਿਕੋਣੇ ਨਮੂਨੇ ਵਿੱਚ ਸਿਰ ਦੇ ਉੱਪਰ ਮੱਥੇ ਤੱਕ ਆਉਣ ਵਾਲੇ ਕੱਪੜੇ 'ਤੇ ਕੀਤੀ ਜਾਂਦੀ ਹੈ। ਫੁਲਕਾਰੀ ਦੀ ਕਢਾਈ ਦੀਆਂ ਸਾਰੀਆਂ ਵੰਨਗੀਆਂ ਵਿੱਚ ਖੱਦਰ ਦੇ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਸਧਾਰਨ ਖੱਦਰ ਤੋਂ ਇਲਾਵਾ ਲਾਲ ਰੰਗ ਦੇ ਖੱਦਰ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਸ ਨੂੰ ਹਲਵਾਨ ਕਿਹਾ ਜਾਂਦਾ ਹੈ। ਕਢਾਈ ਲਈ ਰੰਗਦਾਰ ਰੇਸ਼ਮੀ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੱਲ੍ਹ ਖੱਦਰ ਤੋਂ ਇਲਾਵਾ ਦੂਸਰੇ ਕੱਪੜਿਆਂ ਦੇ ਉੱਤੇ ਵੀ ਇਹ ਕਢਾਈ ਕੀਤੀ ਜਾਣ ਲੱਗ ਪਈ ਹੈ। ਬਾਗ ਅਤੇ ਫੁਲਕਾਰੀ ਤੋਂ ਇਲਾਵਾ ਪੰਜਾਬ ਦੀਆਂ ਲੋਕ ਕਲਾਵਾਂ ਦੀਆਂ ਹੋਰ ਵੰਨਗੀਆਂ ਵੀ ਬਹੁਤ ਸਾਰੀਆਂ ਮਿਲਦੀਆਂ ਹਨ, ਜਿਵੇਂ ਨਾਲੇ, ਨੁਹਾਰ ਅਤੇ ਪੱਖੀਆਂ ਦੀ ਬੁਣਤੀ, ਰੁਮਾਲਾਂ ਦੀ ਕਢਾਈ ਆਦਿ। ਪਾਂਡੋ ਮਿੱਟੀ ਵਿੱਚ ਕਾਗਜ਼ ਦਾ ਗੱਤਾ ਮਿਲਾ ਕੇ ਬਣਾਏ ਬੋਹੀਏ ਗੋਟੇ ਪੰਜਾਬ ਦੀ ਲੋਕ ਕਲਾ ਦਾ ਇੱਕ ਅਲੱਗ ਹੀ ਨਮੂਨਾ ਹਨ। ਪੰਜਾਬ ਦੀ ਲੋਕ ਕਲਾ ਵਿੱਚ ਸਾਂਝੀ ਤੇ ਅਹੋਈ ਦੇਵੀ ਦੀ ਮੂਰਤੀਆਂ ਉਲੀਕਣਾ ਅਤੇ ਉਸ ਦੀ ਕਲਾ ਦਾ ਮਹੱਤਵ ਹੋਰ ਵੀ ਜ਼ਿਆਦਾ ਨਿਖਰ ਕੇ ਸਾਹਮਣੇ ਆਉਂਦਾ ਹੈ। ਨਰਾਤਿਆਂ ਦੇ ਦਿਨਾਂ ਵਿੱਚ ਕੁਆਰੀਆਂ ਕੁੜੀਆਂ ਕੰਧਾਂ ਉੱਪਰ ਗੋਹੇ ਆਦਿ ਨਾਲ ਸਾਂਝੀ ਦੇਵੀ ਦੀ ਮੂਰਤੀ ਬਣਾਉਂਦੀਆਂ ਹਨ। ਉਸ ਨੂੰ ਸ਼ਿੰਗਾਰਨ ਵਾਸਤੇ ਬਹੁਤ ਸਾਰੇ ਚਿੱਤਰ ਹੋਰ ਵੀ ਨਾਲ ਬਣਾਏ ਜਾਂਦੇ ਹਨ। ਸਾਂਝੀ ਦੇਵੀ ਅੱਗੇ ਹਰ ਰੋਜ਼ ਦੀਵੇ ਜਗਾ ਕੇ ਗੀਤ ਗਾਉਂਦਿਆਂ ਮੱਥੇ ਟੇਕਦੀਆਂ ਹਨ ਅਤੇ ਦੁਸਹਿਰੇ ਵਾਲੇ ਦਿਨ ਕੰਧ ਤੋਂ ਮੂਰਤੀ ਉਤਾਰ ਕੇ ਉਸ ਦੇ ਨਾਲ ਖੇਤਰੀ ਨੂੰ ਪਾਣੀ ਵਿੱਚ ਰੋੜ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਇੱਥੇ ਇਸਤਰੀਆਂ ਛਤੀਰਾਂ, ਕੜੀਆਂ, ਬੱਲੇ, ਕੰਧਾਂ ਉੱਤੇ ਨੀਲ, ਸਿੰਗਰਫ, ਪੀਲੀ ਮਿੱਟੀ, ਕਾਲਖ ਜਾਂ ਹਿਰਮਚੀ ਨਾਲ ਕਈ ਤਰ੍ਹਾਂ ਦੇ ਚਿੱਤਰ ਬਣਦੀਆਂ ਹਨ। ਉੱਥੇ ਕੱਤਕ ਦੇ ਮਹੀਨੇ ਵਿੱਚ ਕੰਧ ਉੱਤੇ ਅਹੋਈ ਮਾਤਾ ਦੀ ਮੂਰਤੀ ਉਲੀਕਦੀਆਂ ਹਨ ਅਤੇ ਉਸ ਦੀ ਪੂਜਾ ਕਰਦੀਆਂ ਹਨ। ਪੰਜਾਬ ਦੀਆਂ ਲੋਕ ਕਲਾਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀ ਵਰਤੋਂ ਵਿੱਚ ਆਉਣ ਵਾਲੀ ਸਮੱਗਰੀ ਜ਼ਿਆਦਾ ਮਹਿੰਗੀ ਨਹੀਂ ਹੁੰਦੀ, ਆਪਣੇ ਆਲੇ ਦੁਆਲੇ ਦੇ ਚੌਗਿਰਦੇ ਵਿੱਚੋਂ ਹੀ ਲਈ ਗਈ ਹੁੰਦੀ ਹੈ, ਜਿਸ ਕਰਕੇ ਔਰਤਾਂ ਇਸ ਨੂੰ ਜ਼ਿਆਦਾ ਕਰਦੀਆਂ ਸਨ ਕੰਮ। ਸਧਾਰਨ ਵਸਤੂਆਂ ਜਿਹੜੀਆਂ ਹੈ ਉਹ ਕਿਸੇ ਕਲਾ ਦੀ ਵੰਨਗੀ ਵਿੱਚ ਢਲ ਕੇ ਪੇਸ਼ ਹੁੰਦੀਆਂ ਹਨ ਤਾਂ ਪੰਜਾਬ ਦੀ ਲੋਕ ਕਲਾ ਦੇ ਗੌਰਵ ਦਾ ਪਤਾ ਲੱਗਦਾ ਹੈ। ਇਸ ਤਰ੍ਹਾਂ ਬੱਚਿਓ ਅਸੀਂ ਕਹਿ ਸਕਦੇ ਹਾਂ ਕਿ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਲੋਕ ਕਲਾਵਾਂ ਹਨ ਉਹ ਚਰਮ ਸਿਖਰ 'ਤੇ ਹਨ। ਉਸ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਜਿੱਥੇ ਕੁਝ ਕਲਾਵਾਂ ਮਨੋਰੰਜਨ ਦਾ ਸਾਧਨ ਹਨ, ਉੱਥੇ ਉਹ ਸਾਨੂੰ ਪੈਸੇ ਵੀ ਦਿੰਦੇ ਹਨ, ਜਿਸ ਦੇ ਨਾਲ ਆਮ ਲੋਕਾਂ ਦੀ ਰੋਜ਼ੀ ਰੋਟੀ ਵੀ ਚੱਲਦੀ ਹੈ। ਧੰਨਵਾਦ ਬੱਚਿਓ।